Hello viewers, welcome to my next video. आज ਦੀ video short notes to an unborn daughter and ecology same ही video ਦੇ ਵਿੱਚ ਕਰਾਂਗੇ. What does the speaker wish to do by writing a poem? The speaker wishes to create a person through writing a poem, imagining that the act of filling the stanza and details could bring someone into existence. ਹੁਣ ਪੋਇਟ ਕੀ ਦੱਸਣਾ ਚਾਹੁੰਦਾ ਹੈ ਕਿ ਉਹ ਸਟੈਂਜ਼ਾਸ ਲਿਖ ਕੇ ਤੇ ਡਿਟੇਲਸ ਲਿਖ ਕੇ ਕਿਸੇ ਨੂੰ ਐਗਜ਼ਿਸਟੈਂਸ ਦੇ ਵਿੱਚ ਲਿਆ ਸਕਦਾ ਹੈ ਐਮਬੋਡਿੰਗ them with physical features and ability to speak ਤਾਂ ਟੂ ਐਨ ਅਨਬੋਰਨ ਡਾਟਰ ਪੋਇਮ ਦੇ ਵਿੱਚ ਲਿਖਿਆ ਹੈ ਕਿ ਉਹ ਉਹਨੂੰ ਬੋਡੀ ਦੇ ਸਕਦਾ ਹੈ ਫਿਜ਼ੀਕਲ ਫੀਚਰਸ ਦੇ ਸਕਦਾ ਹੈ ਅਤੇ ਐਬਿਲਿਟੀ ਟੂ ਸਪੀਕ ਦੇ ਸਕਦਾ ਹੈ ਵਿਦ ਦ ਹੈਲਪ ਆਫ ਹਿਜ਼ ਵਰਡਸ. What physical traits of the mother does the speaker recall? Very important question, beta. The speaker recalls specific traits of the mother, including her close, bitter nails and light brown eyes. ਉਹਦੇ ਛੋਟੇ ਛੋਟੇ ਜਿਹੜੇ ਕਲੋਜ਼ ਬਿਟਰ ਨੇਲਸ ਹੈ ਜਿਹੜੇ ਤੇ ਹਲਕੀਆਂ ਭੂਰੇ ਰੰਗ ਦੀਆਂ ਅੱਖਾਂ. These details are significant. ਇਹ ਸਾਰੀਆਂ ਡਿਟੇਲਸ ਬਹੁਤ ਇੰਪੋਰਟੈਂਟ ਹੈ because they reflect the speaker's attempt to create a connection to the person through the memories of their mother. ਤਾਂ ਜਿਸ ਤਰ੍ਹਾਂ ਕਿ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਇਹ ਬੱਚਾ ਆਪਣੀ ਮਾਂ 'ਤੇ ਗਿਆ, ਇਹਦੀਆਂ ਅੱਖਾਂ ਮਾਂ 'ਤੇ ਗਈਆਂ, ਇਹਦੀ ਵਾਲ ਮਾਂ 'ਤੇ ਗਏ, ਉਵੇਂ ਜੋ ਸਪੀਕਰ ਨੇ ਉਹਦੀ ਮਦਰ ਨਾਲ ਉਹਨੂੰ ਕੰਪੈਰੀਜ਼ਨ ਕੀਤਾ ਉਹਦੇ ਨੇਲਸ ਨਾਲ ਅਤੇ ਉਹਦੀਆਂ ਆਈਜ਼ ਨਾਲ ਕਿ ਪਰਸਨ ਨੂੰ ਆਪਾਂ ਟੂ ਦ ਪਰਸਨ ਥਰੂ ਦ ਮੈਮਰੀਜ਼ ਆਫ ਦੇਅਰ ਮਦਰ ਅਤੇ ਉਹਦੀ ਮਦਰ ਦੇ ਨਾਲ ਅਸੀਂ ਕਨੈਕਟ ਕੀਤਾ ਹੈ ਟੂ ਐਨ ਅਨਬੋਰਨ ਡਾਟਰ ਦੇ ਵਿੱਚ. Where did the speaker see the mother? Speaker ਨੇ ਮਦਰ ਨੂੰ ਕਿੱਥੇ ਦੇਖਿਆ ਸੀ? The speaker saw the mother only once through a train window. ਕਿੱਥੇ ਦੇਖਿਆ ਸੀ? ਇੱਕ train window ਦੇ ਵਿੱਚੋਂ while passing a yellow field. This brief encounter highlights a speaker's longing and the fleeting nature of memories. ਤਾਂ ਜਿਹੜਾ ਇਹ ਛੋਟਾ ਜਿਹਾ ਇਨਕਾਊਂਟਰ ਹੈ, ਇਹ ਛੋਟਾ ਜਿਹਾ ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਜੋ ਦੇਖਦੇ ਹੈ ਸਿਰਫ ਇੱਕ ਉਹਦੀ ਮੈਮਰੀ ਦੇ ਵਿੱਚ ਉਹ ਫਲੀਟ ਮਤਲਬ ਘੁੰਮਦਾ ਹੀ ਰਹਿੰਦਾ ਹੈ. ਲੌਂਗਿੰਗ ਮਤਲਬ ਉਹ ਸੋਚਦਾ ਹੀ ਰਹਿੰਦਾ ਉਸ ਮਦਰ ਬਾਰੇ. ਐਮਫਸਾਈਜ਼ਿੰਗ ਦਾ ਇਮੋਸ਼ਨਲ ਡਿਸਟੈਂਸ ਬਿਟਵੀਨ ਦੈਮ ਕਿ ਉਹਨਾਂ ਦੇ ਵਿੱਚ ਇਮੋਸ਼ਨਲ ਡਿਸਟੈਂਸ ਹੈ. what was mother wearing when the speaker saw her? ਜਦੋਂ ਸਪੀਕਰ ਨੇ ਮਦਰ ਨੂੰ ਦੇਖਿਆ ਤਾਂ ਉਹਨੇ ਕੀ ਪਾਇਆ ਹੋਇਆ ਸੀ? ਦ ਮਦਰ ਵਾਜ਼ ਵੇਅਰਿੰਗ ਅ ਪੇਲ ਕਲਰਡ ਡਰੈਸ. ਕਿਹੜੇ ਰੰਗ ਦੀ ਡਰੈਸ? ਪੀਲੇ ਰੰਗ ਦੀ ਡਰੈਸ. when the speaker saw her, ਦੇਖੋ ਸਿਰਫ ਟੂ ਦਾ ਪੁਆਇੰਟ ਆਂਸਰ ਦਿੱਤਾ ਹੈ. ਉਸ ਤੋਂ ਬਾਅਦ ਕਦੋਂ ਦੇਖਿਆ ਉਹਨੂੰ? ਸਪੀਕਰ saw her through the train window. ਟ੍ਰੇਨ ਵਿੰਡੋ ਦੇ ਥਰੂ ਨੇ ਵਿੱਚੋਂ ਦੇਖਿਆ. the detail contributes to the imagery of the scene. ਮਤਲਬ ਇਹ ਸੀਨ ਨੂੰ ਉਹਨੇ ਇਮੇਜਿਨ ਕੀਤਾ ਹੈ suggesting a sense of beauty and fragility. ਬਹੁਤ ਸੁੰਦਰਤਾ ਅਤੇ ਫ੍ਰੈਜਾਈਲ ਜਿਹਦੇ ਵਿੱਚ ਇੱਕ ਬਹੁਤ ਫੇਕ ਜਿਹੜੀਆਂ ਉਹਦੀਆਂ ਆਈਡੀਆਜ਼ ਮੈਮਰੀਜ਼ ਦੇ ਵਿੱਚ ਉਹ ਪਈ ਹੋਈ ਹੈ. ਵਾਈਲ ਆਲਸੋ ਹਿੰਟਿੰਗ ਐਟ ਦਾ ਕੋਲਡਨੈਸ ਆਫ ਦ ਡੇ. ਤਾਂ ਉਸ ਡੇ ਦੀ ਜਿਹੜੀ ਹੈਗੀ ਹੈ ਉਹ ਡੇ ਇਹੋ ਜਿਹਾ ਸੀ ਜਿੱਥੇ ਮਦਰ ਨੂੰ ਥੋੜ੍ਹੀ ਦੇਰ ਲਈ ਦੇਖ ਪਾਇਆ ਅਤੇ ਉਦੋਂ ਬਾਅਦ ਉਹ ਚਲੀ ਗਈ. What does the speaker think the mother wanted to do? ਮਦਰ ਕੀ ਕਰਨਾ ਚਾਹੁੰਦੀ ਸੀ? The speaker believes that the mother wanted to express something important ਕਿ ਕੁਛ ਜੋ ਮਦਰ ਹੈ ਇੰਪੋਰਟੈਂਟ ਦੱਸਣਾ ਚਾਹੁੰਦੀ ਸੀ. ਐਜ਼ ਇੰਡੀਕੇਟਡ ਬਾਈ ਦ ਲਾਈਨ ਆਈ ਥਿੰਕ ਸ਼ੀ ਵਾਂਟਿਡ ਟੂ ਸੇ ਸਮਥਿੰਗ ਕਿ ਮੈਨੂੰ ਲੱਗਦਾ ਕਿ ਉਹ ਕੁਝ ਕਹਿਣਾ ਚਾਹੁੰਦੀ ਸੀ. ਦਿਸ ਸੈਂਸ ਆਫ ਅਨਸਪੋਕਨ ਕਮਿਊਨੀਕੇਸ਼ਨ ਜਾਂ ਅਨਸਪੋਕਨ ਵਰਡ ਮਤਲਬ ਜਿਹੜੀ ਉਹਦੇ ਵਿੱਚ ਕਮਿਊਨੀਕੇਸ਼ਨ ਹੋਈ ਨਹੀਂ, ਗੱਲਬਾਤ ਹੋਈ ਨਹੀਂ, ਅਨਕਹੇ ਸ਼ਬਦ ਐਡ ਟੂ ਦ ਓਵਰਆਲ ਥੀਮ ਆਫ ਦ ਲੌਂਗਿੰਗ ਐਂਡ ਮਿਸਡ ਕਨੈਕਸ਼ਨ ਇਨ ਦ ਪੋਇਮ. ਦਾ ਪੋਇਮ ਦਾ ਓਵਰਆਲ ਥੀਮ ਕੀ ਹੈ? ਲੌਂਗਿੰਗ ਐਂਡ ਮਿਸਡ ਕਨੈਕਸ਼ਨ ਹੈ ਨਾ. ਤਾਂ ਇਹੀ ਜਿਹੜੇ ਅਨਸੈਡ ਵਰਡਸ ਹੈ ਇਹ ਥੀਮ ਨੂੰ ਪ੍ਰਜੈਂਟ ਕਰਦੇ ਹੈ. ਵਾਟ ਇਜ਼ ਦ ਸਪੀਕਰਸ ਇਮੋਸ਼ਨਲ ਸਟੇਟ ਇਨ ਦ ਪੋਇਮਸ? ਇਮੋਸ਼ਨਲ ਸਟੇਟ ਕੀ ਹੈ? ਸੇਮ ਵਰਡ ਦੇਖੋ ਸੇਮ ਗੱਲ ਸ਼ੋਰਟ ਨੋਟਸ ਵਿੱਚ ਰਿਪੀਟ ਹੋ ਰਹੀ ਹੈ ਇਸ ਲਈ ਕੋਈ ਵੀ. ਨੈਕਸਟ ਕੁਐਸਚਨ ਇਜ਼ ਵਾਟ ਇਜ਼ ਦ ਸਪੀਕਰਸ ਇਮੋਸ਼ਨਲ ਸਟੇਟ ਇਨ ਦ ਪੋਇਮ? ਹੁਣ ਉਹਦੀ ਭਾਵਨਾਤਮਕ ਹਾਲਾਤ ਕੀ ਹੈ? ਦ ਸਪੀਕਰ ਕਨਵੇਜ਼ ਅ ਸੈਂਸ ਆਫ ਲੌਂਗਿੰਗ ਐਂਡ ਨੋਸਟੈਲਜੀਆ. ਬੇਟਾ ਇੱਕੋ ਹੀ ਤਰ੍ਹਾਂ ਦਾ ਜੋ ਹੈ ਥੀਮ ਪ੍ਰੈਜ਼ੈਂਟ ਕਰਦੀ ਹੈ ਪੋਇਮ ਤਾਂ ਅਸੀਂ ਉਹ ਪਰਟੀਕੂਲਰ ਲਾਈਨਸ ਨੂੰ ਕ੍ਰੈਮ ਕਰ ਲੈਣਾ ਹੈ, ਰੱਟਾ ਮਾਰ ਲੈਣਾ ਹੈ. ਸੈਂਸ ਆਫ ਲੌਂਗਿੰਗ ਹੈ ਅਤੇ ਨੋਸਟੈਲਜੀ ਹੈ ਥਰੂ ਆਊਟ ਦਾ ਪੋਇਮ. ਦੇਰ ਇਜ਼ ਅ ਡੀਪ ਡਿਜ਼ਾਇਰ ਫॉर ਕਨੈਕਸ਼ਨ ਵਿਦ ਦ ਇਮੇਜਿਨ ਪਰਸਨ ਐਂਡ देयर मदर. मतलब इमेजिन पर्सन मतलब कौन है वो?
ਅਨਬੋਰਨ ਡਾਟਰ ਜਿਹਦਾ ਜੇ ਜਨਮ ਨਹੀਂ ਹੋਇਆ ਅਤੇ ਉਹਨਾਂ ਦੀ ਮਦਰ ਦੇ ਵਿੱਚ ਕਨੈਕਸ਼ਨ ਜੋ ਹੈ ਉਹ ਦਿਖਾ ਰਿਹਾ ਹੈ। Underscored by the fleeting nature of memory and the wish to communicate something significant, the poet ਕੀ ਹੈ communicate ਕਰਨਾ ਚਾਹੁੰਦਾ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। Next, how does the speaker describe the act of creating the person? ਤਾਂ ਕਿਵੇਂ ਉਹ ਉਸ ਐਕਟ ਨੂੰ ਕਿਸੇ ਪਰਸਨ ਨੂੰ ਕ੍ਰੀਏਟ ਕਰਨ ਦੇ ਐਕਟ ਨੂੰ ਡਿਸਕ੍ਰਾਈਬ ਕਰ ਰਿਹਾ ਹੈ। The speaker describes the act of creating the person by filling the stanza of the poem with more skin and tissue। ਤਾਂ ਸਟਾਰਟਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਕਹਿੰਦਾ ਕਿ ਮੈਂ ਉਹਨੂੰ ਕਿਵੇਂ ਭਰ ਦੇਵਾਂ ਸਕਿਨ ਨਾਲ ਅਤੇ ਟਿਸ਼ੂ ਨਾਲ than a body needs। This suggests a desire to make the imagined person fully real, ਮਤਲਬ ਉਹਨੂੰ ਪੂਰਾ ਰੀਅਲ ਲੁੱਕ ਦੇਣਾ ਚਾਹੁੰਦਾ ਹੈ। ਅਤੇ ਕਿਸ ਗੱਲ 'ਤੇ ਜ਼ੋਰ ਦੇ ਰਿਹਾ ਹੈ? ਦ ਡੈਪਥ ਆਫ ਦ ਸਪੀਕਰਸ ਲੌਂਗਿੰਗ, ਮਤਲਬ ਸਪੀਕਰ ਕੀ ਚਾਹ ਰਿਹਾ, ਉਹਦੀ ਕੀ ਤੀਬਰ ਇੱਛਾ ਹੈ। What does the phrase filling the lines with speech suggest? The phrase filling the lines with speech suggests that the speaker wants to give the imagined person the ability to communicate with speech, मतलब ਉਹਨੂੰ ਗੱਲਬਾਤ ਕਰਨ ਦੀ ਜੋ ਹੈ ਉਹ ਵੀ ਸ਼ਕਤੀ ਦੇਣਾ ਚਾਹੁੰਦਾ ਹੈ, ਸਪੀਚ ਉਹਦੀ ਐਬਿਲਿਟੀ ਵੀ ਡਿਵੈਲਪ ਕਰਨਾ ਚਾਹੁੰਦਾ ਹੈ। Speaker wants to give this imagined person कौन है? Unborn daughter the ability to communicate. It reflects the speaker's yearning for connection and a desire for the person to express themselves through words। yearning लिख लो, longing लिख लो, ठीक है। तो desires किस चीज़ की डिज़ायर है कि वो चाहता है कि वो पर्सन वो एक्सप्रेस कर सके थ्रू वर्ड्स। वो पर्सन कौन है? अनबॉर्न डॉटर, ठीक है। नेक्स्ट क्वेश्चन है, what does the memory of mother represent for the speaker? जो memory है की represent कर रही है? The memory of the mother represent a fleeting connection and a sense of loss for the speaker। कि वो sense of loss महसूस कर रहा है कि वो मदर ਨੂੰ नहीं मिल पाया, ਉਹਦੇ ਨਾਲ ਗੱਲ नहीं कर पाया, ਉਹਦੇ ਨਾਲ conversate नहीं कर पाया। It highlights the emotional distance and the unfulfilled desire। ਇਹ ਕੀ highlight कर रहा है? emotional distance है, फ़र्क है, unfulfilled desire है to communicate, illustrating how memories can evoke deep feelings of ਜੋ ਉਹਨਾਂ ਦੇ ਅੰਦਰ ਡੀਪ ਫੀਲਿੰਗ ਹੈ ਲੋਨਲੀਨੈਸ ਦੀਆਂ, ਨੋਸਟੈਲਜੀ ਦੀਆਂ, ਲੌਂਗਿੰਗ ਦੀਆਂ। ਹੁਣ ਕਿਹੜੇ ਕਿਹੜੇ ਇੰਪੋਰਟੈਂਟ ਵਰਡਸ ਆਏ ਹੈ? longing to meet, longing to create, then nostalgia means missing someone। Next, what does the setting of the yellow field imply about the moment the speaker recalls? The yellow field suggests a bright, मतलब एक बहुत ब्राइट है, ਤਿੱਖਾ, yet distant movement that evokes nostalgia। ਇੱਕ ਦੂਰ ਦਾ ਫੀਲ ਹੈ ਜਿੱਥੇ ਉਹਨੇ ਟ੍ਰੇਨ ਦੇ ਵਿੱਚੋਂ ਮਦਰ ਨੂੰ ਦੇਖਿਆ। ਇਟ ਐਡਸ ਲੇਅਰ ਆਫ ਬਿਊਟੀ ਟੂ ਦਾ ਮੈਮਰੀ। ਇਹ ਕੀ ਹੈ? ਸੁੰਦਰਤਾ ਐਡ ਕਰਦਾ ਹੈ, ਵਾਈਲ ਆਲਸੋ ਹਿੰਟਿੰਗ ਐਟ ਦ ਕੋਲਡਨੈਸ ਆਫ ਦ ਡੇ। मतलब डे बहुत कोल्ड सी कि उस मदर ना गल नहीं कर पाया। सिंबलाइजिंग द स्पीकर्स फीलिंग्स ऑफ लॉस, मतलब वो ही वॉज अनएबल टू स्पीक टू द मदर। एंड अ ट्रांजिएंट नेचर ऑफ लाइफ एंड कनैक्शन, कि जो लाइफ का नेचर है बहुत ट्रांजिएंट है, बहुत जल्दी बहुत तेज़ी नाल इंसान एक दूसरे तो छुटते हैं तो गल नहीं कर पाते। अगली पोएम रहेगी इकोलॉजी। नैक्सट वेरी इंपॉर्टेंट पोएम दैट इज़ इकोलॉजी। शॉर्ट नोट है इकोलॉजी दे। इकोलॉजी पोएम ਦੇ ਵਿੱਚ पोइट ने बड़ा अच्छा कनैक्शन दिता है। इसका लॉन्ग आंसर बहुत वधिया तरीके नाल तैयार करके मैं अपलोड कर चुकी हाँ, तुसी वॉच कर सकते हो। वॉट डज द फ्लावरिंग ट्री सिंबलाइज इन द पोएम? द फ्लावरिंग ट्री सिंबलाइजेज ब्यूटी, लाइफ एंड कनैक्शन। की है? सुंदरता, जिंदगी ते कनैक्शन टू नेचर। इट रिफ्लैक्ट्स द मदर्स प्रोटेक्टिव इंस्टिंक्ट्स एंड एप्रिसिएशन फॉर नेचुरल वर्ल्ड। एक की शो कर रहा है? इट रिफ्लैक्ट्स लिख लो, इट शोज़ लिख लो, इट इम्प्लाइज लिख लो, इट डिपिक्ट्स लिख लो। सारे ही वर्ड्स सही है बेटा, मैं ऑलरेडी दस चुकी हाँ। द मदर्स प्रोटेक्टिव इंस्टिंक्ट्स, की मदर प्रोटेक्ट कर रही है कुदरत नूं, एंड एप्रीसीएशन फॉर द नैचुरल वर्ल्ड, ते कुदरती संसार की तारीफ कर रही है। एम्फसाइजिंग, किस गल ते जोर दिता है? द इंपॉर्टेंस ऑफ प्रिजर्विंग थिंग्स, कि चीज़ों प्रिजर्व करना चाहिए, बचाना चाहिए, दैट ब्रिंग जॉय एंड वाइब्रेंसी,
तो तुसी कला इंजॉय तिकर कर लो तां भी सही है। जो जो चीज़ां साडी जिंदगी दे विच खुशी लैके आंदियां उन्हां नूं बचाना चाहिदा। नैक्सट बस आही क्वेश्चन है बच्चे, बड़े ध्यान नाल सुन लो। हाउ डज द पोइट कन्वे द मदर्स इमोशन? इकोलॉजी दे विच एक मदर दी इमोशनस नूं किवें कन्वे कीता गया? द पोइट कन्वेज द मदर्स इमोशन थ्रू विविड इमेजरी। की यूज़ कीती है? क्लीयर इमेजरी यूज़ की है। सच एज हर यूजिंग अ कोल्ड पैक फॉर हैडेक। जो मदर नूं माइग्रेन हो जाता है तो वह कोल्ड पैक यूज़ करती है। दैन सुजैसटिंग हर डिसकम्फर्ट, मतलब ये लगता है कि वो बहुत दुखी है, अनकंफर्टेबल है। हर रिफ्यूज़ल टू अलाउ द ट्री टू बी कट डाउन इलस्ट्रेट्स हर स्ट्रोंग विल। वो रिफ्यूज़ कर देंदी है कि ट्रीज़ नूं कटना नहीं है। मीनस वो स्ट्रोंगली विल अपनी दिखाती है कि ਉਹਦਾ कुदरत के नाल कितना प्यार है। ईवन इन टाइम्स ऑफ पर्सनल डिस्ट्रैस, चाहे वो पर्सनली बहुत दुखी है फिर भी वो कुदरत के प्रति अपना प्यार दिखाती है। मीन्स शी हैज़ कनैक्शन विद द नेचर। शी recognize the importance of nature. What effect does the imagery of the cold pack have on the reader? ਹੁਣ ਜਦੋਂ ਰੀਡਰ ਕੋਲਡ ਪੈਕ ਬਾਰੇ ਸੋਚਦੇ ਤਾਂ ਉਹ ਕੀ ਇਮੇਜਿਨ ਕਰਦੇ ਹੈ? ਦ ਇਮੇਜਰੀ ਆਫ ਕੋਲਡ ਪੈਕ ਇਵੋਕਸ ਅ ਸੈਂਸ ਆਫ ਸਿੰਪਥੀ। ਇਵੋਕਸ ਮਤਲਬ ਸਾਡੇ ਅੰਦਰ ਜਾਗਰਿਤ ਹੁੰਦੀ ਹੈ, ਸਾਡੇ ਅੰਦਰ ਪੈਦਾ ਹੁੰਦੀ ਹੈ ਕਿ जो सिंपथी की भावना, दया की भावना उस माँ के प्रति। हाईलाइटिंग हर डिसकम्फर्ट एंड फ्रेजिलिटी, कि वो कितना वीक फील कर रही है, कितना डिसकम्फर्ट फील कर रही है। नहीं लिखना ना लिखो, कला डिसकम्फर्ट तक लिख लो। इट सर्व टू ह्यूमनाइज हर allowing readers to connect with her emotional state। असी अंदरों ही अंदर ओदी इमोशनल नाल जुड़ जाने आ। while emphasizing her unwavering spirit in protecting the flowering tree। नाल ही नाल असी ये देखते हैं कि वो किवें जोर दिंदी है कि ओदी जिहड़ी स्पिरिट है अनवेवरिंग, मतलब बिल्कुल नहीं हिलदी, वो हमेशा प्रोटैक्ट करदी है उन्हां दरख्तां नूं। ठीक है, सिंपल शब्द लिख सकते हो। टू द पॉइंट आंसर, अ सेंस ऑफ सिंपथी फॉर द मदर, हाईलाइटिंग हर डिसकम्फर्ट, देन इट सर्व्स टू ह्यूमनाइज हर, फुल स्टॉप। द रीडर कनेक्ट विद हर इमोशनल स्टेट, हाउ शी प्रोटेक्ट्स द फ्लावरिंग ट्री। बेटा बहुत प्रॉब्लम चल रही सी पिछले कुछ दिनों तो हेल्थ की, इसलिए नोट्स नहीं बना पाई, शॉर्ट नोट्स से डायरैक्टली बुक तो ही करवा रही हाँ। फिर भी बहुत ध्यान नाल कर लो, 2 मार्क्स से आने हैं, टू द पॉइंट आंसर देने हैं। जो मैं लॉन्ग आंसर प्रोवाइड किए वो भी सारे शॉर्ट नोट्स निकल रहे हैं, इसलिए ध्यान नाल कर लो। वाई इज़ द act of cutting down the tree significant in the poem? Very important. The act of cutting down the tree represent destruction of beauty and nature। डिस्ट्रक्शन मतलब खत्म करना सुंदरता नूं, नेचर नूं, सुंदरता नूं। इट सिग्निफाइज अ कन्फ्लिक्ट बिटवीन ह्यूमन एक्शंस एंड अ डिज़ायर टू प्रिजर्व द नेचुरल वर्ल्ड। पहला की है कन्फ्लिक्ट है, एक पासे कौन है? ह्यूमन एक्शन, जो नरेटर है वो दरख्त कटना चाहता है। दूजे पासे उसकी मदर है जो सफ़र कर रही है, दर्द च है, माइग्रेन है उन्होंने, पर फिर भी वह प्रिजर्व करना चाहती है, बचाना चाहती है कुदरत नूं। द मदर्स रेजिस्टेंस अगेंस्ट दिस एक्ट रिफ्लैक्ट्स अ डीपर थीम। मतलब जो मदर की रेजिस्टेंस है, रेजिस्टेंस मतलब रेजिस्ट करना, मतलब रोकना, कि वो ट्रीज़ नूं चंपक ट्रीज़ नूं कटना नहीं देना चाहती, वो रिफ्लैक्ट कर रही है कि वो नेचर नूं किवें प्यार करती है। वॉट डज द स्पीकर परस्पैक्टिव रिवील अबाउट द रिलेशनशिप विद देयर मदर? द स्पीकर's perspective reveals a sense of admiration। वो अपनी एडमायर करता अपनी मदर नूं, एंड रिस्पैक्ट फॉर देयर मदर, वो अपनी मदर की बहुत रिस्पैक्ट करता है। दे रिकोगनाइज हर स्ट्रेंथ एंड डिटर्मिनेशन, वो अपनी मदर की स्ट्रेंथ अपनी उहदी दृढ़ता नूं बहुत ज़्यादा मनते हैं। ईवन वैन शी इज़ अनवैल, चाहे वो ठीक नहीं है, अनवैल है, बीमार है, तां भी वो resist करती है कि दरख्तां नूं कट्टिया नहीं जाना चाहिए। दिस डायनामिक सजेस्ट a close bond where the speaker values the mother's beliefs and protective instincts toward nature। तो एक क्लोज रिश्ता है, बॉन्ड है स्पीकर की वैल्यू का, स्पीकर के अंदर, नरेटर के अंदर वैल्यूज़ है अपनी मदर के प्रति, उसकी रिस्पैक्ट है, तो मदर का बिलीफ नेचर के प्रति कि वो नेचर को डिस्ट्रॉय नहीं करना चाहती। उम्मीद करती हाँ हुण तक दे वीडियोज़ ने थोड़ी हेल्प की। मॉडल टेस्ट पेपर, सिलेबस, पेपर किवें करके आने हैं, अच्छे मार्क्स किवें लैने हैं, लॉन्ग आंसर सारे ही अपलोडेड है, तुसीं वॉच कर सकते हो। थैंक यू, गॉड ब्लैस यू, ऑल द बेस्ट फॉर योर एग्जाम।